ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਫਸਲਾਂ ਦੀ ਐਮਐਸਪੀ ਕੇਂਦਰੀ ਕਮੇਟੀ ਵੱਲੋਂ ਰਿਪੋਰਟ ਨੂੰ ਅੰਤਮ ਛੋਹਾਂ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, 3 ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਲੰਬਾ ਸੰਘਰਸ਼ ਦਿੱਲੀ ਦੀ ਬਰੂਹਾਂ ਤੇ ਚੱਲਿਆ। ਉਸੇ ਸਮੇਂ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਵੀ ਕਿ ਫਸਲਾਂ ਨੂੰ ਐਮਐਸਪੀ ਦੀ ਖਰੀਦ ਦੀ ਗਰੰਟੀ ਦੇਣ ਲਈ ਇੱਕ ਕਾਨੂੰਨ ਤਿਆਰ ਕੀਤਾ ਜਾਵੇ, ਕਾਨੂੰਨਨ ਗਰੰਟੀ ਦਿੱਤੀ ਜਾਵੇ। ਤੇ ਉਹਨਾਂ ਸਾਰੇ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨੇ ਜਿੱਥੇ ਤਿੰਨੋਂ ਕਾਨੂੰਨ ਰੱਦ ਕਰ ਦਿੱਤੇ ਸੀ, ਉੱਥੇ ਹੀ ਇਹ ਜਿਹੜੀ ਕਾਨੂੰਨਨ ਗਰੰਟੀ ਦੇਣ ਲਈ ਇੱਕ ਕਮੇਟੀ ਬਣਾ ਦਿੱਤੀ ਸੀ। ਭਾਵੇਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਉਸ ਕਮੇਟੀ ਨੂੰ ਰੱਦ ਕਰ ਦਿੱਤਾ ਸੀ, ਪਰ ਕੇਂਦਰ ਸਰਕਾਰ ਉਸ ਕਮੇਟੀ ਦੀ ਰਿਪੋਰਟ ਨੂੰ ਅੰਤਮ ਰੂਪ ਦੇਣ ਲਈ ਹੁਣ ਕਾਹਲ ਕਰਦਾ ਦਿਖਾਈ ਦੇ ਰਿਹਾ। ਬਹੁਤ ਕਾਹਲੀ 'ਚੋਂ ਰਿਪੋਰਟ ਤਿਆਰ ਹੋ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਇਸ ਦੇ ਪਿੱਛੇ ਕੀ ਕਾਰਨ ਨੇ, ਇਹੋ ਜਿਹੇ ਕੀ ਲੁਕਵੇਂ ਕਾਰਨ ਹੋ ਸਕਦੇ ਨੇ ਵੀ ਕਿ ਕੇਂਦਰ ਇੰਨੀ ਕਾਹਲੀ ਕਰ ਰਿਹਾ, ਜਾਂ ਤੁਹਾਡੇ ਕੋਲ ਇਸ ਬਾਰੇ ਕੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ, ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਜਿਵੇਂ ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਕੇਂਦਰ ਸਰਕਾਰ ਨੇ ਜਦੋਂ 3 ਖੇਤੀ ਕਾਨੂੰਨ ਬਣਾਏ ਸੀ ਤੇ ਉਹਨਾਂ ਦਾ ਵਿਰੋਧ ਕੌਮੀ ਪੱਧਰ ਤੇ ਹੋਇਆ ਸੀ ਤੇ ਪੰਜਾਬ ਨੇ ਉਸ ਦੀ ਅਗਵਾਈ ਕੀਤੀ ਸੀ ਜੀ। ਔਰ ਲੰਬਾ ਟਾਈਮ ਹੈ ਜਿਹੜੇ ਖੇਤੀ ਕਾਨੂੰਨ ਦੇ ਖਿਲਾਫ ਜਿਹੜਾ ਸੰਘਰਸ਼ ਹੈ ਉਹ ਦਿੱਲੀ ਦੇ ਵਿੱਚ ਚੱਲਿਆ ਸੀ। ਔਰ ਅਲਟੀਮੇਟਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਤਿੰਨੋਂ ਖੇਤੀ ਕਾਨੂੰਨ ਆ ਜਿਹੜੇ ਉਹ 19 ਨਵੰਬਰ 2021 ਨੂੰ ਵਾਪਸ ਲੈਣੇ ਪਏ ਸੀਗੇ ਜੀ। ਔਰ ਉਸ ਟਾਈਮ ਕੁਝ ਐਲਾਨ ਵੀ ਜਿਹੜੇ ਹੈਗੇ ਆ ਭਾਰਤ ਸਰਕਾਰ ਨੇ ਕੀਤੇ ਸੀ, ਜਿਹਦੇ ਵਿੱਚ ਜਿਸ ਤੁਸੀਂ ਕਮੇਟੀ ਦਾ ਜ਼ਿਕਰ ਕਰ ਰਹੇ ਹੋ ਉਹ ਵੀ ਸ਼ਾਮਲ ਸੀ। ਔਰ ਸਾਡੇ ਪੂਰੇ ਦੇਸ਼ ਦੇ ਕਿਸਾਨਾਂ ਦੀ ਇੱਕ ਮੰਗ ਸੀ ਕਿ ਜਿਹੜੇ ਫਸਲਾਂ ਤੇ ਤੁਸੀਂ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਂਦਾ ਹੈ ਉਸ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਸ਼ਾਮਲ ਕੀਤਾ ਜਾਵੇ, ਕਾਨੂੰਨੀ ਸ਼ੇਪ ਦਿੱਤੀ ਜਾਵੇ ਇੱਕ ਤਰੀਕੇ ਨਾਲ ਜੀ। ਤਾਂ ਉਸ ਟਾਈਮ ਭਾਰਤ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀਗਾ। ਔਰ ਉਸ ਦੇ ਵਿੱਚ ਕਿਸਾਨਾਂ ਨੂੰ ਸ਼ੁਰੂ ਤੋਂ ਇਹ ਸੀ ਕਿ ਸ਼ਾਇਦ ਇਸ ਨੂੰ ਐਮਐਸਪੀ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਇਹ ਕਮੇਟੀ ਆਪਣੀ ਡਿਸਕਸ਼ਨ ਕਰੇਗੀ ਔਰ ਆਪਣੀ ਰਿਪੋਰਟ ਪੇਸ਼ ਕਰੇਗੀ। ਪਰ ਜਲਦ ਹੀ ਪਤਾ ਲੱਗ ਗਿਆ ਸੀਗਾ ਭਾਰਤ ਸਰਕਾਰ ਨੇ ਕਿ ਇਸ ਦੇ ਵਿੱਚ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਲਹਿਜਾ ਨਹੀਂ ਸੀ ਰੱਖਿਆ ਕਿ ਇਹਨੂੰ ਕਾਨੂੰਨੀ ਸ਼ੇਪ ਦੇਣੀ ਹੈ, ਬਲਕਿ ਇਹ ਕਮੇਟੀ ਬਣਾਉਣ ਵੇਲੇ ਇੱਕ ਗੱਲ ਕਹੀ ਗਈ ਸੀ ਕਿ ਜਿਹੜੀ ਫਸਲਾਂ ਤੇ ਅਸੀਂ 22 ਫਸਲਾਂ ਤੇ ਐਮਐਸਪੀ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਅਸੀਂ ਜ਼ਿਆਦਾ ਐਮਐਸਪੀ ਨੂੰ ਜ਼ਿਆਦਾ ਇਫੈਕਟਿਵ ਬਣਾਉਣਾ ਔਰ ਉਹਨੂੰ ਟਰਾਂਸਪੇਰੈਂਟ ਕਰਨਾ ਹੈਗਾ। ਇਹ ਲਫ਼ਜ਼ ਉਹਦੇ ਵਿੱਚ ਯੂਜ਼ ਕੀਤੇ ਗਏ ਸੀ। ਪਹਿਲੀ ਗੱਲ ਆਤਿਸ਼ ਇਹ ਹੈ ਕਿ ਜਿਹੜੀ ਇਹ ਕਮੇਟੀ ਬਣੀ ਸੀ ਸੰਜੇ ਅਗਰਵਾਲ ਦੀ ਅਗਵਾਈ ਦੇ ਵਿੱਚ, ਇਹਦੇ 29 ਮੈਂਬਰ ਲਏ ਗਏ ਸੀ ਜੀ। ਔਰ ਪਹਿਲਾਂ ਤਾਂ ਇਹ ਹੈ ਕਿ ਇਹ ਕਮੇਟੀ ਹੀ 8-9 ਮਹੀਨੇ ਪਛੜ ਕੇ ਬਣਾਈ। ਬਿਲਕੁਲ ਕਿਸਾਨਾਂ ਨੂੰ ਤਾਂ ਉਸ ਟਾਈਮ ਹੀ ਡਾਊਟ ਸੀ। ਜਿਸ ਟਾਈਮ ਇਹ ਕਮੇਟੀ ਬਣਾਈ ਗਈ ਸੀ ਤਾਂ ਸਭ ਤੋਂ ਪਹਿਲੇ ਜਿਹੜੇ ਸਵਾਲ ਹੈ ਉਹ ਇਸ ਕਮੇਟੀ ਦੀ ਬਣਤਰ ਤੇ ਉੱਠੇ ਸੀਗੇ ਜੀ। ਬਿਲਕੁਲ। ਔਰ ਜਿਹੜੀ ਸੰਯੁਕਤ ਕਿਸਾਨ ਮੋਰਚਾ ਸੀ ਜਿਹਨੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਲੰਬੀ ਲੜਾਈ ਲੜੀ ਸੀ, ਉਹਨਾਂ ਨੇ ਪੂਰੀ ਤਰ੍ਹਾਂ ਇਹ ਕਮੇਟੀ ਹੈ ਜਿਹੜੀ ਉਹ ਰੱਦ ਕਰ ਦਿੱਤੀ ਸੀ। ਇਹਦੀ ਬਣਤਰ ਇਸ ਕਿਸਮ ਦੀ ਬਣਾਈ ਗਈ ਸੀ ਕਿ ਸਮੁੱਚੇ ਪੰਜਾਬ ਨੂੰ ਹੀ ਇਹਦੇ ਵਿੱਚੋਂ ਇੱਕ ਤਰੀਕੇ ਨਾਲ ਆਊਟ ਕਰ ਦਿੱਤਾ ਸੀ, ਜਾਂ ਇਸ ਕਮੇਟੀ ਦਾ ਜਿਹੜਾ ਮੁਹਾਂਦਰਾ ਸੀ ਉਹ ਫਿਰ ਵੀ ਕਿਸਾਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਕਾਰਪੋਰੇਟ ਪੱਖੀ ਵਿਅਕਤੀ ਨੇ ਜੀ, ਤਾਂ ਉਸ ਟਾਈਮ ਰੱਦ ਕਰ ਦਿੱਤਾ ਗਿਆ ਸੀ। ਹੁਣ ਇਸ ਕਮੇਟੀ ਦੀਆਂ ਜਿਹੜੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਜੀ, ਔਰ ਕਮੇਟੀ ਦੇ ਗਠਨ ਤੋਂ ਬਾਅਦ ਇੱਕ ਆਤਿਸ਼ ਇਹਨਾਂ ਨੇ ਸਬ ਗਰੁੱਪ ਹੈ ਜਿਹੜੇ ਉਹ ਬਣਾਏ ਸੀਗੇ 5 ਤਰ੍ਹਾਂ ਦੇ, ਜਿਨ੍ਹਾਂ ਨੇ ਅਲੱਗ-ਅਲੱਗ ਮੁੱਦਿਆਂ ਤੇ ਵਿਚਾਰ ਚਰਚਾ ਕਰਨੀ ਸੀ, ਡਿਸਕਸ਼ਨ ਕਰਨੀ ਸੀ, ਜਿਹਦੇ ਵਿੱਚ ਐਮਐਸਪੀ ਦਾ ਵੀ ਇੱਕ ਸਬ ਗਰੁੱਪ ਬਣਾਇਆ ਗਿਆ ਸੀਗਾ, ਇੱਕ ਨੈਚੁਰਲ ਫਾਰਮਿੰਗ ਦਾ ਗਰੁੱਪ ਬਣਾਇਆ ਗਿਆ ਸੀਗਾ, ਇੱਕ ਕ੍ਰੌਪ ਡਾਈਵਰਸੀਫਿਕੇਸ਼ਨ ਦਾ ਬਣਾਇਆ ਗਿਆ ਸੀ, ਇਸ ਤਰ੍ਹਾਂ ਐਗਰੀਕਲਚਰ ਮਾਰਕੀਟਿੰਗ ਦਾ ਬਣਾਇਆ ਗਿਆ ਸੀ, ਇੱਕ ਇਨਫਰਾਸਟ੍ਰਕਚਰ ਦਾ ਬਣਾਇਆ ਗਿਆ ਸੀਗਾ। ਇਹ 5 ਸਬ ਗਰੁੱਪ ਬਣਾਏ ਗਏ ਸੀ। ਔਰ ਪਿਛਲੇ ਅਰਸੇ ਤੋਂ, ਕਿਉਂਕਿ ਜੁਲਾਈ ਦੇ ਵਿੱਚ ਇਸ ਕਮੇਟੀ ਦਾ ਬਣਾਈ ਗਈ ਸੀ ਪਿਛਲੇ 2022 ਦੇ ਵਿੱਚ, ਤੇ ਹੁਣ ਅੱਗੇ ਜੁਲਾਈ ਮਹੀਨਾ ਆਉਣ ਵਾਲਾ ਹੈ, ਬਿਲਕੁਲ ਸਾਲ ਪੂਰਾ ਹੋਣ ਵਾਲਾ, ਤਕਰੀਬਨ ਸਾਲ ਪੂਰਾ ਹੋਣ ਵਾਲਾ ਹੈ। ਤਾਂ ਭਾਰਤ ਸਰਕਾਰ ਨੂੰ ਇਹ ਲੱਗਦਾ ਕਿ ਅਸੀਂ ਆਪਣੀ 1 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੇਸ਼ ਕਰੀਏ। ਸੋ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ 2-3 ਮਹੀਨਿਆਂ ਦੇ ਵਿੱਚ ਜਿੰਨੇ ਵੀ ਸਬ ਗਰੁੱਪ ਬਣੇ ਨੇ ਇਸ ਕਮੇਟੀ ਦੇ ਤਹਿਤ, ਉਹਨਾਂ ਦੀਆਂ ਰੈਗੂਲਰਲੀ ਮੀਟਿੰਗਾਂ ਹੋ ਰਹੀਆਂ ਨੇ। ਹੁਣ ਪਤਾ ਲੱਗਿਆ ਹੈ ਆਪਣੇ ਸਰੋਤਾਂ ਤੋਂ ਕਿ ਇਹਨਾਂ ਸਭ ਗਰੁੱਪਾਂ ਵੱਲੋਂ ਇੱਕ ਡਰਾਫਟ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ, ਜਿਹਨੂੰ ਅੰਤਮ ਰੂਪ ਹੈ ਜਿਹੜਾ
ਉਹ ਜੁਲਾਈ ਦੇ ਅਖੀਰ ਤੱਕ ਦੇ ਦਿੱਤਾ ਜਾਣਾ ਹੈਗਾ। ਜੀ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਭਾਰਤ ਸਰਕਾਰ ਕਾਹਲ ਦੇ ਵਿੱਚ ਕਿਉਂ ਹੈ, ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਉਹਨਾਂ ਨੇ ਪੇਸ਼ ਕਰਨਾ ਇਹਦੀ ਕਾਰਗੁਜ਼ਾਰੀ ਨੂੰ, ਪਰਫਾਰਮੈਂਸ ਨੂੰ, ਕਿ ਜਿਹੜੀ ਅਸੀਂ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸਨੇ ਹੁਣ ਤੱਕ ਕੀ ਰਿਜ਼ਲਟ ਕੱਢਿਆ। ਦੂਸਰਾ ਹੈ ਕਿ 2022 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਅੱਗੇ ਆ ਰਹੀਆਂ ਨੇ, 2024 ਦੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਔਰ ਉਹਦਾ ਕੋਡ ਆਫ ਕੰਡਕਟ ਵੀ ਪਹਿਲਾਂ 2-3 ਮਹੀਨੇ ਲੱਗ ਜਾਂਦਾ ਹੈ ਜੀ। ਤਾਂ ਭਾਰਤ ਸਰਕਾਰ ਨੂੰ ਇਹ ਹੈ ਕਿ ਕਿਸਾਨਾਂ ਦੇ ਲਈ ਅਸੀਂ ਕੁਛ ਨਾ ਕੁਛ ਜਿਹੜੀਆਂ ਰਿਆਇਤਾਂ ਜਾਂ ਨਵੀਆਂ ਸਕੀਮਾਂ ਹੈ ਉਹਨੂੰ ਚੋਣਾਂ ਤੋਂ ਪਹਿਲਾਂ, ਕੋਡ ਆਫ ਕੰਡਕਟ ਤੋਂ ਪਹਿਲਾਂ ਅਸੀਂ ਇੰਪਲੀਮੈਂਟ ਕਰੀਏ। ਕਿਉਂਕਿ ਪਿੱਛੇ ਜਿਹੀ ਕਰਨਾਟਕ ਦੀ ਜਿਹੜੀ ਚੋਣ ਹੋ ਕੇ ਹਟੀ ਹੈ ਔਰ ਉਹਦੇ ਵਿੱਚ ਭਾਜਪਾ ਨੂੰ ਬੜੀ ਮੂੰਹ ਦੀ ਖਾਣੀ ਪਈ ਹੈ, ਕਰਾਰੀ ਉੱਥੇ ਹਾਰ ਹੋਈ ਹੈ। ਸੋ ਇਹ ਗੱਲਾਂ ਵੀ ਉਹਦੇ ਵਿੱਚ ਕੰਮ ਕਰਦੀਆਂ ਨੇ। ਤੁਹਾਡੇ ਯਾਦ ਹੋਏਗਾ ਕਿ ਜਦੋਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਸੀ ਤਾਂ ਉਸ ਤੋਂ ਪਹਿਲਾਂ ਵੀ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਸੀ, ਜਿਹੜਾ ਸੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਜਿਹਦੇ ਵਿੱਚ ਫਾਰਮਰ ਨੂੰ 6000 ਰੁਪਏ ਸਾਲਾਨਾ ਦਿੱਤੇ ਜਾਂਦੇ ਨੇ। ਤਾਂ ਹੋ ਸਕਦਾ ਕਿ ਇਸੇ ਨਜ਼ਰੀਏ ਤੋਂ ਹੁਣ ਭਾਰਤ ਸਰਕਾਰ ਜਿਹੜੀਆਂ ਅਗਲੀਆਂ 2024 ਦੀਆਂ ਚੋਣਾਂ ਹੈ ਉਹ ਤੋਂ ਪਹਿਲਾਂ ਵੀ ਇਸ ਕਿਸਮ ਦਾ ਕੋਈ ਐਲਾਨ ਕਰਨ ਦੇ ਰੌਂ ਦੇ ਵਿੱਚ ਹੋਵੇ। ਪਰ ਜਿਹੜੀ SKM ਹੈ, ਮੇਰੀ ਅੱਜ ਵੀ ਡਾਕਟਰ ਦਰਸ਼ਨਪਾਲ ਹੋਰਾਂ ਨੂੰ ਗੱਲ ਹੋਈ ਸੀ ਤਾਂ ਉਹ ਇਸ ਰੌਂ ਦੇ ਵਿੱਚ ਨੇ। ਉਹ ਕਹਿੰਦੇ ਕਿ ਅਸੀਂ ਤਾਂ ਜੀ ਪਹਿਲਾਂ ਹੀ ਇਸ ਕਮੇਟੀ ਨੂੰ ਰੱਦ ਕਰ ਚੁੱਕੇ ਹਾਂ ਜੀ, ਔਰ ਇਹਦੀ ਬਣਤਰੀ ਇਸ ਕਿਸਮ ਦੀ ਬਣੀ ਹੋਈ ਸੀ, ਜਾਂ ਇਹਦੇ ਟਰਮਸ ਆਫ ਰੈਫਰੈਂਸ ਹੈ ਜਿਹੜੇ ਉਹ ਇਸ ਕਿਸਮ ਦੇ ਬਣੇ ਹੋਏ ਸੀ। ਜਾਂ ਤੁਹਾਡੇ ਯਾਦ ਹੋਵੇ ਕਿ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਜੀ ਉਹਨਾਂ ਨੇ ਬਿਲਕੁਲ ਇਹ ਗੱਲ ਡਿਨਾਈ ਕਰ ਦਿੱਤਾ ਸੀ ਕਿ MSP ਨੂੰ ਲੀਗਲ ਸ਼ੇਪ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਜੀ। ਉਹ ਕਹਿੰਦੇ ਜਿਹੜੀ ਕਮੇਟੀ ਵੀ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਹੋਵੇ, ਤੇ ਸਾਡੇ ਤਾਂ ਪੰਜਾਬ ਦਾ ਕੋਈ ਸ਼ਾਮਲ ਵੀ ਨਹੀਂ ਕੀਤਾ ਗਿਆ, ਬਿਲਕੁਲ ਨਾ ਸਾਡੀ PAU ਨੂੰ ਸ਼ਾਮਲ ਕੀਤਾ ਗਿਆ, ਨਾ ਸਾਡੇ ਐਕਸਪਰਟ ਸ਼ਾਮਲ ਕੀਤੇ ਗਏ ਨੇ, ਨਾ ਪੰਜਾਬ ਸਰਕਾਰ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਨੇ। 5 ਸੂਬਿਆਂ ਦੇ ਆਤਿਸ਼ ਜਿਹੜੇ ਚੀਫ ਸੈਕਟਰੀ ਜਾਂ ਅਦਰ ਆਫੀਸਰਸ ਨੇ ਉਹਨਾਂ ਨੂੰ ਇਹ 29 ਮੈਂਬਰੀ ਕਮੇਟੀ 'ਚ ਪਾਇਆ ਗਿਆ ਹੈਗਾ। ਪੰਜਾਬ ਨੂੰ ਇਗਨੋਰ ਕਿਉਂ ਕੀਤਾ ਗਿਆ? ਬਿਲਕੁਲ, ਹਾਲਾਂਕਿ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਪੰਜਾਬ ਇੱਕ ਵੱਡਾ ਰੋਲ ਪਲੇ ਕੀਤਾ। ਪੰਜਾਬ ਨੇ ਸੈਂਟਰਲ ਪੂਲ ਦੇ ਵਿੱਚ ਜਿਹੜੀ ਮੇਜਰ ਕੰਟਰੀਬਿਊਸ਼ਨ ਹੈ ਉਹ ਵੀ ਅੱਜ ਪੰਜਾਬ ਦੀ ਹੈ ਜੀ। ਬਿਲਕੁਲ, ਸਿਰਫ ਪੰਜਾਬ ਨੂੰ ਇਗਨੋਰ ਇਸ ਕਰਕੇ ਕਰ ਦਿੱਤਾ ਕਿ ਪੰਜਾਬ ਨੇ ਇੱਕ ਵੱਡੀ ਜਿਹੜੀ ਇੱਕ ਲੜਾਈ ਲੜੀ ਜੀ ਦਿੱਲੀ ਦੇ ਵਿੱਚ, ਔਰ ਖੇਤੀ ਕਾਨੂੰਨਾਂ ਨੂੰ ਜਿਹੜਾ ਵਾਪਸ ਕਰਾਇਆ। ਇਹੀ ਲੱਗਦਾ ਇਸ ਨਜ਼ਰ ਤੋਂ ਤਾਂ ਕਿ ਤਾਂ ਹੀ ਇਗਨੋਰ ਕੀਤਾ ਗਿਆ ਹੋਏਗਾ। ਸੋ ਹੁਣ ਜਿਹੜੀ SKM ਹੈ ਉਹਨਾਂ ਨੂੰ ਇਸ ਕਮੇਟੀ ਤੋਂ ਬਹੁਤੀਆਂ ਜਿਹੜੀਆਂ ਉਮੀਦਾਂ ਜਾਂ ਆਸਾਂ ਉਹ ਕਿਧਰੇ ਲੱਗਦੀਆਂ ਨਹੀਂ। ਪਰ ਇੰਨਾ ਜ਼ਰੂਰ ਹੈਗਾ ਕਿ ਇਹ ਕਮੇਟੀ ਚਾਹੇ ਸਰਕਾਰੀ ਹੈ ਚਾਹੇ ਕਾਰਪੋਰੇਟਾਂ ਦੇ ਪੱਖ ਵਾਲੀ ਹੈ, ਪਰ ਸੈਂਟਰ ਗਵਰਨਮੈਂਟ ਤਾਂ ਕਹਿੰਦੀ ਹੈ ਕਿ ਕਿਸਾਨਾਂ ਦੇ ਪੱਖ ਤੋਂ ਅਸੀਂ ਇਹ ਬਣਾਈ ਹੈ, ਔਰ ਕਿਸਾਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਐਡਰੈਸ ਕਰਨਾ। ਇਹਦੇ ਵਿੱਚ ਅਸੀਂ ਉਹਨਾਂ ਦੀ ਨੈਚੁਰਲ ਫਾਰਮਿੰਗ ਹੈ ਜਿਹੜੀ ਉਹਦੇ ਵਿੱਚ ਅੱਗੇ ਪਸਾਰ ਕਰਨਾ ਹੈ। ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਜਿਹੜਾ ਕ੍ਰੌਪ ਦਾ ਪੈਟਰਨ ਹੈ ਉਹ ਚੇਂਜ ਕਰਨਾ ਹੈ, ਜਾਂ ਜਿਹੜੀਆਂ ਮੰਡੀਆਂ ਨੇ ਸਾਡੀਆਂ ਉਹਨੂੰ ਇੰਪਰੂਵ ਕਰਨਾ ਹੈ। ਔਰ ਇਹ ਜਿਹੜੇ ਐਕਸਪਰਟ ਨੇ ਉਹ ਚੰਗੇ ਸੁਝਾਅ ਦੇਣਗੇ, ਔਰ ਜਲਦ ਦਾ ਜਿਹੜਾ ਡਰਾਫਟ ਰਿਪੋਰਟ ਸਾਡੇ ਸਾਹਮਣੇ ਹੋਏਗੀ। ਉਸ ਤੋਂ ਬਾਅਦ ਉਹ ਤੇ ਡਿਸਕਸ਼ਨ ਹੋਏਗੀ। ਡਿਸਕਸ਼ਨ ਤੋਂ ਬਾਅਦ ਜਿਹੜੀ ਫਾਈਨਲ ਰਿਪੋਰਟ ਹੈ 29 ਮੈਂਬਰੀ ਕਮੇਟੀ ਉਹ ਭਾਰਤ ਸਰਕਾਰ ਨੂੰ ਸੌਂਪੇਗੀ ਜੀ। ਚਰਨਜੀਤ ਜੀ, ਜਿਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ 'ਚ ਅੰਦੋਲਨ ਚੱਲਿਆ, ਉਸੇ ਤਰ੍ਹਾਂ ਇੱਕ ਅੰਦੋਲਨ ਪੰਜਾਬ 'ਚ ਵੀ ਹੋਇਆ ਜੋ ਕਿ ਲੰਬਾ ਸਮਾਂ ਚੱਲਿਆ। ਉਹ ਸੀ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ। ਜੀਰਾ ਸ਼ਰਾਬ ਫੈਕਟਰੀ ਦਾ ਮੁੱਦਾ ਬਹੁਤ ਹੀ ਵੱਡੇ ਪੱਧਰ 'ਤੇ ਪੰਜਾਬ 'ਚ ਪ੍ਰਚਾਰਿਆ ਗਿਆ, ਉਸ ਦਾ ਵਿਰੋਧ ਹੋਇਆ। ਤੇ ਹੁਣ ਉਸ ਜੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਵੀ ਇੱਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੱਕ ਰਿਪੋਰਟ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਹੈ। ਅਸੀਂ ਜਾਣਨਾ ਚਾਹਾਂਗੇ ਉਸ ਰਿਪੋਰਟ ਦੇ ਵਿੱਚ ਕੀ ਹੈ, ਕਿਉਂਕਿ ਸਰਕਾਰ ਨੇ ਤਾਂ ਪਹਿਲਾਂ ਹੀ ਉਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਜਿਹੜਾ ਇੱਕ ਐਲਾਨ ਕਰ ਦਿੱਤਾ ਸੀਗਾ। ਕਿਉਂਕਿ ਹੁਣ ਅਸੀਂ ਜਾਣਨਾ ਚਾਹਾਂਗੇ ਇਸ ਰਿਪੋਰਟ 'ਚ ਕੀ ਕੁਝ ਸਾਹਮਣੇ ਆਇਆ। ਦੇਖੋ ਆਦਰਸ਼ ਜੀ, ਇਹ ਸਭ ਨੂੰ ਪਤਾ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਸੀ ਉਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਜਾਂ ਰੌਂ ਹੈ ਉਹ ਜੀਰੇ ਦੇ ਵਿੱਚ ਬਣਨ ਜਾ ਰਿਹਾ ਸੀਗਾ ਕਿ ਜੀਰੇ ਦੀ ਸ਼ਰਾਬ ਫੈਕਟਰੀ ਹੈ ਜਿਹੜੀ ਉਹਦੇ ਪ੍ਰਦੂਸ਼ਣ ਨੂੰ ਲੈ ਕੇ ਜਿਹੜੇ ਆਸ-ਪਾਸ ਦੇ ਲੋਕਾਂ ਦੇ ਪਿੰਡ ਨੇ, ਆਸ-ਪਾਸ ਦੇ ਪੈਂਦੇ ਨੇ, ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਗਰਾਊਂਡ ਵਾਟਰ ਹੈ ਉਹ ਖਰਾਬ ਹੋ ਰਿਹਾ ਹੈ। ਪਹਿਲਾਂ ਉਹਨਾਂ ਲੋਕਾਂ ਨੇ ਇੱਕ ਸੰਘਰਸ਼ ਕਮੇਟੀ ਬਣਾਈ ਸੀਗੀ। ਸੰਘਰਸ਼ ਕਮੇਟੀ ਨੇ ਸਰਕਾਰਾਂ ਤੱਕ ਪਹੁੰਚ ਕੀਤੀ ਸੀ, ਪਰ ਜਦੋਂ ਉਹਨਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹਨਾਂ ਨੇ ਇੱਕ ਯੋਜਨਾਬੱਧ ਤਰੀਕੇ ਨਾਲ 24 ਜੁਲਾਈ ਤੋਂ ਇੱਕ ਜਿਹੜੀ ਐਜੀਟੇਸ਼ਨ ਹੈ ਵਿੱਢੀ ਸੀ ਜੀ। ਇਹ ਵੀ ਯਾਦ ਆਪਣੇ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਨੇ ਉੱਥੇ ਇੱਕ ਤਕੜਾ ਲਾਠੀ ਚਾਰਜ ਵੀ ਕੀਤਾ ਸੀ। ਬਿਲਕੁਲ। ਸੋ ਅਲਟੀਮੇਟਲੀ ਉਸ ਸੰਘਰਸ਼ ਦੇ ਦੌਰਾਨ ਹੀ 17 ਜਨਵਰੀ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਇੱਕ ਟਵੀਟ ਕਰਦੇ ਨੇ ਜਿਹਦੇ ਵਿੱਚ ਉਹ ਸੂਚਿਤ ਕਰਦੇ ਨੇ ਕਿ ਅਸੀਂ ਜੀਰਾ ਫੈਕਟਰੀ ਨੂੰ ਬੰਦ ਕਰਨ ਦਾ ਜਿਹੜਾ ਫੈਸਲਾ ਲੈ ਲਿਆ। ਮਾਮਲਾ ਹਾਈ ਕੋਰਟ ਦੇ ਵਿੱਚ ਹੈ,
ਹਾਈ ਕੋਰਟ ਦੇ ਵਿੱਚ ਮਾਮਲਾ ਜਾਣ ਤੋਂ ਬਾਅਦ ਸਰਕਾਰ ਨੇ ਆਪਣਾ ਉੱਥੇ ਪੱਖ ਵੀ ਰੱਖਿਆ ਹੈਗਾ ਜੀ। ਔਰ ਉੱਥੇ ਜਿਹੜੇ ਸ਼ਰਾਬ ਫੈਕਟਰੀ ਦੇ ਮਾਲਕ ਨੇ ਦੀਪ ਮਲਹੋਤਰਾ ਦੀ ਕੰਪਨੀ ਹੈ, ਜੀ। ਉਹਨਾਂ ਨੇ ਵੀ ਆਪਣਾ ਜਿਹੜਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸੇ ਦੌਰਾਨ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਆਪਣੀ ਉੱਥੇ ਟੀਮ ਭੇਜੀ ਸੀ ਜੀ। ਔਰ ਉਸ ਨਮੂਨੇ ਲਏ ਸੀ ਗਰਾਊਂਡ ਵਾਟਰ ਦੇ, ਤਾਂ ਉਸ ਤੋਂ ਬਾਅਦ ਹੁਣ ਜਿਹੜੀ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਹੈ, ਉਹਨਾਂ ਦੀਆਂ ਟੀਮਾਂ ਨੇ ਪਿਛਲੇ ਟਾਈਮ ਦੇ ਵਿੱਚ ਵਿਜ਼ਿਟ ਕਰਕੇ ਸਾਰੇ ਨਮੂਨੇ ਭਰੇ ਸੀ ਔਰ ਉਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਆਪਣੀ ਜਿਹੜੀ ਰਿਪੋਰਟ ਹੈ ਉਹ ਪੇਸ਼ ਕੀਤੀ ਹੈ, ਜਿਹਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਉਹ ਫੈਕਟਰੀ ਹੈ ਜਾਂ ਉਸ ਧਰਤੀ ਹੇਠਲਾ ਪਾਣੀ ਹੈ, ਜਿਹੜਾ ਜ਼ਮੀਨੀ ਪਾਣੀ ਹੈ, ਉਹ ਕਾਫੀ ਖਰਾਬ ਹੈ ਜੀ। ਤਕਰੀਬਨ 29 ਬੋਰਵੈਲ ਹੈ ਜਿਹੜੇ ਉਹਨਾਂ ਨੇ ਨਮੂਨੇ ਭਰੇ ਸੀਗੇ, ਜਿਹਦੇ ਵਿੱਚ ਕਾਲਾ ਪਾਣੀ ਵੀ ਹੈ, ਬਹੁਤ ਸਾਰੀਆਂ ਜਿਹੜੀਆਂ ਖਤਰਨਾਕ ਧਾਤਾਂ ਹੈ ਉਹਨਾਂ ਦਾ ਲੈਵਲ ਵੀ ਬੜਾ ਹਾਈ ਪਾਇਆ ਗਿਆ, ਬਲਕਿ ਇੱਕ ਬੋਰਵੈਲ ਦੇ ਵਿੱਚ ਜਿਹੜਾ ਸਾਇਨਾਈਡ ਦਾ ਜਿਹੜਾ ਪੱਧਰ ਹੈ ਉਹ 4 ਗੁਣਾ ਕਈ ਗੁਣਾ ਜ਼ਿਆਦਾ ਨਿਰਧਾਰਿਤ ਮਾਤਰਾ ਤੋਂ ਪਾਇਆ ਗਿਆ ਹੈਗਾ। ਸੋ ਹੁਣ ਇਹਨੂੰ ਆਪਾਂ ਦੇਖਣਾ ਹੋਵੇ ਤਕਨੀਕੀ ਤੌਰ ਤੇ ਤਾਂ ਹੁਣ ਪੰਜਾਬ ਸਰਕਾਰ ਦਾ, ਜਦੋਂ ਭਾਰਤ ਸਰਕਾਰ ਨੇ ਵੀ ਇੱਕ ਤਰੀਕੇ ਨਾਲ ਆਪਾਂ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀ ਗੱਲ ਕਰਦੇ ਆ, ਉਹਨਾਂ ਨੇ ਵੀ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਇਹ ਫੈਕਟਰੀ ਦਾ ਪ੍ਰਦੂਸ਼ਣ ਹੈ ਜਿਹੜਾ ਉਹ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਜਾਂ ਧਰਤੀ ਹੇਠਲੇ ਪਾਣੀ ਨੂੰ ਖਰਾਬ ਕਰ ਰਿਹਾ ਸੀ। ਤਾਂ ਤਕਨੀਕੀ ਤੌਰ ਤੇ ਜਿਹੜਾ ਪੰਜਾਬ ਸਰਕਾਰ ਦਾ ਕੇਸ ਹੈ ਹੁਣ ਮਜ਼ਬੂਤ ਹੋ ਗਿਆ, ਉਹਨੂੰ ਬੰਦ ਕਰਨ ਲਈ ਜਾਂ ਉਸ ਫੈਕਟਰੀ ਤੇ ਕੁਝ ਬੰਦਸ਼ਾਂ ਲਾਉਣ ਲਈ ਜੀ। ਕਿਉਂਕਿ ਉੱਥੋਂ ਦੇ ਜਿਹੜੇ ਲੋਕ ਜਿਹੜੇ ਸੰਘਰਸ਼ ਕਰ ਰਹੇ ਆ ਉਹ ਪਿਛਲੇ ਟਾਈਮ ਤੋਂ ਮੰਗ ਕਰ ਰਹੇ ਸੀਗੇ ਕਿ ਸਾਨੂੰ ਫੈਕਟਰੀ ਨੂੰ ਬੰਦ ਕਰਨ ਦੀ ਇੱਕ ਲਿਖਤੀ ਰਿਪੋਰਟ ਵੀ ਦਿੱਤੀ ਜਾਵੇ। ਪਰ ਪਿੱਛੇ ਜਦੋਂ ਉਹਨਾਂ ਨੇ ਅਪਲਾਈ ਕੀਤਾ ਸੀ 22 ਦੇ ਵਿੱਚ, ਦਸੰਬਰ 22 ਦੇ ਵਿੱਚ ਕੰਸੈਂਟ ਟੂ ਆਪਰੇਟ ਲਈ, ਤਾਂ ਪੰਜਾਬ ਸਰਕਾਰ ਨੇ ਉਹ ਤੋਂ ਹੀ ਮਨਾ ਕਰ ਦਿੱਤਾ ਸੀ। ਤਾਂ ਉਸ ਕੰਸੈਂਟ ਦੀ ਪ੍ਰਵਾਨਗੀ ਬਿਨਾਂ ਤਾਂ ਜਿਹੜੀ ਫੈਕਟਰੀ ਹੈ ਉਹ ਵੈਸੇ ਨਹੀਂ ਚੱਲ ਸਕਦੀ ਸੀ। ਸੋ ਹੁਣ ਐਨਜੀਟੀ 'ਚ ਮਾਮਲਾ ਚਲਾ ਗਿਆ, ਇਸ ਕਰਕੇ ਹੋ ਸਕਦਾ ਹੈ ਕਿ ਉਸ ਫੈਕਟਰੀ ਨੂੰ ਕੋਈ ਫਾਈਨ ਵੀ ਹੋ ਸਕਦਾ ਹੈ। ਹੁਣ ਅੱਗੇ ਫੈਸਲਾ ਜਿਹੜਾ ਐਨਜੀਟੀ ਨੇ ਲੈਣਾ ਹੈ, ਪਰ ਇਹਨੂੰ ਜੇ ਰਾਜਸੀ ਨਜ਼ਰੀਏ ਤੋਂ ਦੇਖਣਾ ਹੋਵੇ ਆਪਾਂ ਤਾਂ ਇੱਕ ਇਹ ਵੀ ਲੱਗਦਾ ਕਿ ਜਦੋਂ ਇਹ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਆਪਣੀ ਰਿਪੋਰਟ ਦਿੰਦਾ ਹੈ ਤਾਂ ਇਸੇ ਦੌਰਾਨ ਹੀ ਪਿਛਲੇ 2-3 ਦਿਨਾਂ ਤੋਂ ਇਨਕਮ ਟੈਕਸ ਦੇ ਜਿਹੜੇ ਛਾਪੇ ਹੈ ਉਹ ਦੀਪ ਮਲਹੋਤਰਾ ਦੀਆਂ ਜਿਹੜੇ ਟਿਕਾਣੇ ਹੈ ਉਹਨਾਂ ਤੇ ਚੱਲ ਰਹੇ ਨੇ। ਔਰ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਦੀ ਜਿਹੜੀ ਜਾਂਚ ਹੈ ਉਹਦੇ ਵਿੱਚ ਵੀ ਜਿਹੜਾ ਦੀਪ ਮਲਹੋਤਰਾ ਦੇ ਬੇਟੇ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਚਾਹੇ ਇਹਦਾ ਪੋਲੀਟੀਕਲ ਐਂਗਲ ਕੋਈ ਵੀ ਹੋ ਸਕਦਾ ਹੈ, ਪਰ ਤਕਨੀਕੀ ਐਂਗਲ ਹੈ ਜਿਹੜਾ ਉਹ ਪੰਜਾਬ ਨੂੰ ਹੁਣ ਬਾਰਾ ਖਾਂਦਾ ਹੈ ਔਰ ਘੱਟੋ ਘੱਟ ਉਥੋਂ ਜਿਹੜੇ ਪੋਲੂਸ਼ਨ ਤੋਂ ਉਹਨਾਂ ਪਿੰਡਾਂ ਦੇ ਦਰਜਨਾਂ ਪਿੰਡ ਹੈ ਜਿਹੜੇ ਲੋਕਾਂ ਦਾ ਘੱਟੋ ਘੱਟ ਖਹਿੜਾ ਛੁੱਟੇਗਾ। ਜੀ। ਇੱਕ ਚਰਨਜੀਤ ਜੀ, ਪੰਜਾਬ ਦੇ ਵਿੱਚ ਪਰਲ ਗਰੁੱਪ ਦਾ ਮੁੱਦਾ ਵੀ ਬਹੁਤ ਵੱਡਾ ਮੁੱਦਾ ਬਣ ਕੇ ਪਿਛਲੇ ਸਮੇਂ 'ਚ ਉੱਭਰਿਆ ਸੀਗਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਈ ਵਾਰ ਦਾਅਵਾ ਵੀ ਕੀਤਾ ਵੀ ਅਸੀਂ ਪਰਲ ਗਰੁੱਪ ਦੀਆਂ ਜਿਹੜੀ ਜਾਇਦਾਦਾਂ ਉਹਨਾਂ ਨੂੰ ਜ਼ਬਤ ਕਰਕੇ ਲੋਕਾਂ ਦੇ ਜਿਹੜੇ ਵੀ ਪੈਸੇ ਨੇ ਉਹ ਵਾਪਸ ਜਿਹੜੇ ਹੈਗੇ ਮੋੜਵਾਵਾਂਗੇ। ਪਰ ਹੁਣ ਪੰਜਾਬ ਸਰਕਾਰ ਵੱਲੋਂ ਪਰਲ ਗਰੁੱਪ ਦੇ ਮਾਮਲੇ ਦੀ ਜਾਂਚ ਜਿਹੜੀ ਹੈਗੀ ਉਹ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਜਿਹੜੀ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਹੈ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਸ ਦੇ ਪਿੱਛੇ ਹੋਰ ਕੀ ਕਾਰਨ ਹੈ ਕਿ ਜਿਹੜੀ ਇਹ ਜਾਂਚ ਇਸ ਸਮੇਂ ਵਿਜੀਲੈਂਸ ਨੂੰ ਸੌਂਪੀ ਗਈ ਹੈ? ਦੇਖੋ ਆਤਿਸ਼ ਜੀ, ਪਹਿਲਾਂ ਪਰਲ ਗਰੁੱਪ ਦੀ ਜਿੰਨੀ ਵੀ ਪੈਸਾ ਲੱਗਿਆ ਸੀ ਲੋਕਾਂ ਦਾ, ਜਿਹੜੇ ਇਨਵੈਸਟਰ ਸੀ, ਉਹਨਾਂ ਦੀ ਇੱਕ ਜਾਂਚ ਪਹਿਲਾਂ ਹੀ ਸੀਬੀਆਈ ਕਰ ਚੁੱਕੀ ਹੈ ਔਰ ਉਹ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਵੀ ਗਈ ਹੈ ਔਰ ਸੁਪਰੀਮ ਕੋਰਟ ਨੇ ਉਸੇ ਦੇ ਆਧਾਰ ਤੇ ਅੱਗੇ ਇੱਕ ਲੋਧਾ ਕਮੇਟੀ, ਜਸਟਿਸ ਲੋਧਾ ਕਮੇਟੀ ਬਣਾਈ ਹੈਗੀ ਹੈ, ਜਿਹਨੇ ਜਿੰਨੀਆਂ ਵੀ ਪ੍ਰਾਪਰਟੀਆਂ ਹੈਗੀਆਂ ਨੇ ਪਰਲ ਗਰੁੱਪ ਦੀਆਂ ਉਹਨਾਂ ਨੂੰ ਸੇਲ ਕਰਕੇ ਉਹਦਾ ਪੈਸਾ ਜਿਹੜਾ ਲੋਧਾ ਕਮੇਟੀ ਕੋਲ ਜਾਏਗਾ ਔਰ ਜਿਹੜੇ ਇਨਵੈਸਟਰ ਹੈ ਉਹ ਲੋਧਾ ਕਮੇਟੀ ਕੋਲ ਅਪਲਾਈ ਕਰਨਗੇ। ਪਿੱਛੇ ਜੇ ਤਕਰੀਬਨ 8-9 ਮਹੀਨੇ ਹੋ ਗਏ, ਲੋਧਾ ਕਮੇਟੀ ਨੇ ਸਾਰੇ ਇਨਵੈਸਟਰਾਂ ਨੂੰ ਇੱਕ ਸੱਦਾ ਦਿੱਤਾ ਸੀ ਕਿ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ, ਜਿਹੜੇ ਵੀ ਇਸ ਤੋਂ ਪੀੜਤ ਨੇ, ਉਹ ਆਪਣੇ ਸਾਰੇ ਡਾਕੂਮੈਂਟ ਲੋਧਾ ਕਮੇਟੀ ਕੋਲ ਸਬਮਿਟ ਕਰਨ। ਤੇ ਤਕਰੀਬਨ ਹੁਣ ਤੱਕ 1.5 ਕਰੋੜ ਤੋਂ ਉੱਪਰ ਹੈ ਜਿਹੜੇ ਲੋਕ ਹੈ ਉਹ ਲੋਧਾ ਕਮੇਟੀ ਤੱਕ ਪਹੁੰਚ ਕਰ ਚੁੱਕੇ ਨੇ ਔਰ ਆਇਡੈਂਟੀਫਿਕੇਸ਼ਨ ਜਿਹੜੀ ਹੁਣ ਤੱਕ ਸੰਪਤੀਆਂ ਦੀ ਹੋਈ ਹੈ, ਪੂਰੇ ਦੇਸ਼ ਦੇ ਵਿੱਚ 43,000 ਪ੍ਰਾਪਰਟੀਆਂ ਹੈ ਜਿਹੜੀਆਂ ਉਹ ਪਰਲ ਗਰੁੱਪ ਦੀਆਂ ਨੇ। ਔਰ ਹੈਰਾਨੀ ਦੀ ਗੱਲ ਹੈ ਕਿ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਧ ਪ੍ਰਾਪਰਟੀ ਪਾਈ ਗਈ ਹੈ, ਆਸਟ੍ਰੇਲੀਆ ਦੇ ਵਿੱਚ ਵੀ ਪ੍ਰਾਪਰਟੀ ਪਾਈ ਗਈ ਹੈ ਔਰ ਪੰਜਾਬ ਦੇ ਵਿੱਚ, ਕਿਉਂਕਿ ਇਹ ਆਪਾਂ ਪੰਜਾਬ ਨਾਲ ਤਾਲੁਕ ਰੱਖ ਦੀ ਗੱਲ ਕਰ ਰਹੇ ਹਾਂ, ਤਾਂ ਪੰਜਾਬ ਦੇ ਵਿੱਚ ਵੀ ਆਤਿਸ਼ ਇਹਨਾਂ ਦੀਆਂ 1450 ਪ੍ਰਾਪਰਟੀਆਂ ਸਾਰੇ ਮੇਨ ਸ਼ਹਿਰਾਂ ਦੇ ਵਿੱਚ ਫਾਲ ਕਰਦੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਹਮੇਸ਼ਾ ਹੀ ਇਹਦੇ ਵਿੱਚ ਦਿਲਚਸਪੀ ਲਈ ਹੈ ਪਰਲ ਗਰੁੱਪ ਦੇ ਜਿਹੜੇ ਪੀੜਤ ਹੈ ਕਿ ਉਹਨਾਂ ਨੂੰ ਨਿਆਂ ਦਿੱਤਾ ਜਾਵੇ, ਉਹਨਾਂ ਨੂੰ ਇਨਸਾਫ ਦਿੱਤਾ ਜਾਵੇ, ਕਿਉਂਕਿ ਉਹਨਾਂ ਦੇ ਆਪਣੇ ਜੱਦੀ ਜ਼ਿਲ੍ਹੇ ਦੇ ਵਿੱਚ ਕਈ ਲੋਕ ਖੁਦਕੁਸ਼ੀ ਵੀ ਕਰ ਗਏ ਸੀ। ਬਹੁਤ ਸਾਰੇ ਨਿਵੇਸ਼ਕਾਂ ਦੇ ਪੈਸੇ ਜਿਹੜੇ ਇੱਥੇ ਡੁੱਬੇ ਹੋਏ ਨੇ ਔਰ ਪਰਲ ਗਰੁੱਪ ਨੂੰ ਲੈ ਕੇ
ਇਨਸਾਫ ਲੈ ਕੇ ਕੁਝ ਲੋਕਾਂ ਨੇ ਇੱਕ ਕਮੇਟੀ ਵੀ ਬਣਾਈ ਹੋਈ ਹੈ, ਸੰਘਰਸ਼ ਕਮੇਟੀ ਬਣਾਈ ਵੀ ਹੈ ਜੀ ਔਰ ਜਿਹਦਾ ਦਾਅਵਾ ਹੈ ਕਿ ਪੰਜਾਬ ਦੇ ਵਿੱਚ 25 ਤੋਂ ਲੈ ਕੇ 30 ਲੱਖ ਪਾਲਿਸੀਆਂ ਇਹਨਾਂ ਦੀਆਂ ਹੈਗੀਆਂ ਨੇ। ਜੀ ਪਰ ਅਫਸੋਸ ਇਸ ਗੱਲ ਦੀ ਹੈਗੀ ਹੈ ਕਿ ਪਰ ਹੁਣ ਤੱਕ ਸਰਕਾਰ, ਪੰਜਾਬ ਸਰਕਾਰ ਸਿਰਫ ਇੱਕ ਤਕਰੀਬਨ 2 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਉਹ ਸੇਲ ਕਰ ਚੁੱਕੀ ਹੈ। ਉਹਦਾ ਪੈਸਾ ਜਿਹੜਾ ਲੋਧਾ ਕਮੇਟੀ ਕੋਲੇ ਜਮ੍ਹਾਂ ਕਰਾਇਆ ਗਿਆ। ਜੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਮੁੱਖ ਅੱਜ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਹੁਣ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਵਿਜੀਲੈਂਸ ਬਿਊਰੋ ਕਰੇਗਾ। ਜੀ 2 FIR ਹੁੰਦੀਆਂ ਨੇ, ਇੱਕ FIR ਨੰਬਰ 1 ਸਟੇਟ ਕ੍ਰਾਈਮ ਥਾਣਾ ਜਿਹੜਾ ਮੁਹਾਲੀ ਦਾ ਉਹਦੇ ਵਿੱਚ ਹੁੰਦੀ ਹੈ 2023 ਦੇ ਵਿੱਚ, ਇੱਕ FIR ਹੁੰਦੀ ਹੈ ਪਿਛਲੇ 2022 ਦੇ ਵਿੱਚ ਫਿਰੋਜ਼ਪੁਰ ਦੇ ਵਿੱਚ। ਪਹਿਲਾਂ ਇਹਦੀ ਜਾਂਚ ਪੰਜਾਬ ਪੁਲਿਸ ਕੋਲ ਸੀ ਔਰ ਉਸ ਤੋਂ ਬਾਅਦ ਇਹਦੀ ਜਾਂਚ ਹੈ ਜਿਹੜੀ ਪਹਿਲਾਂ ਇੱਕ ਸਿੱਟ ਬਣਾਈ ਗਈ ਸੀ। ਸਿੱਟ ਤੋਂ ਬਾਅਦ ਇਹ ਨਵੀਂ ਸਰਕਾਰ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਉਹ ਜਾਂਚ ਹੈ ਜਿਹੜੀ ਆਪਣੀ ਇਨਵੈਸਟੀਗੇਸ਼ਨ ਬਿਊਰੋ ਹੈ, ਬਿਊਰੋ ਆਫ ਇਨਵੈਸਟੀਗੇਸ਼ਨ ਹੈ, ਉਹਨੂੰ ਸੌਂਪਤੀ ਸੀ। ਜੀ ਹੁਣ ਉਹ ਹਜੇ ਕਿਸੇ ਗੱਲ ਤਨ ਪੱਤਣ ਨਹੀਂ ਸੀ ਲਈ। ਹੁਣ ਇਹਨੂੰ ਕਹਿ ਦਿੱਤਾ ਗਿਆ ਕਿ ਇਹਦੀ ਜਾਂਚ ਹੈ ਜਿਹੜੀ ਉਹ ਵਿਜੀਲੈਂਸ ਦੀ ਜਿਹੜੀ ਇਕਨੋਮਿਕ ਵਿੰਗ ਹੈ, ਸ਼ਾਖਾ ਹੈ, ਉਹ ਕਰੇਗੀ। ਜੀ ਪਰ ਵਿਜੀਲੈਂਸ ਕੋਲ ਆਪਣਾ ਹੀ ਇੰਨਾ, ਪਹਿਲੀ ਗੱਲ ਤਾਂ ਉਹਦੇ ਕੋਲ ਸਟਾਫ ਦੀ ਇੰਨੀ ਸ਼ਾਰਟੇਜ ਹੈ ਆਤਿਸ਼। ਦੂਸਰਾ ਹੈ ਕਿ ਇਕਨੋਮਿਕ ਵਿੰਗ ਹੈ ਜਿਹੜਾ ਉਹ ਜਿੰਨੇ ਵੀ DA ਦੇ ਕੇਸ ਹੈ, ਆਮਦਨ ਤੋਂ ਵੱਧ ਸਰੋਤਾਂ ਤੋਂ ਬਿਲਕੁਲ ਵਾਲੇ ਕੇਸ ਨੇ, ਉਹ ਡੀਲ ਕਰ ਰਿਹਾ। ਉਹਨਾਂ ਕੋਲ ਪਹਿਲਾਂ ਹੀ ਬਹੁਤ ਸਾਰਾ ਰਸ਼ ਹੈ। ਚਲੋ ਵੱਖਰੀ ਗੱਲ ਹੈ ਸਰਕਾਰ ਨੇ ਕਿਸ ਨਜ਼ਰੀਏ ਤੋਂ ਦੇਖਿਆ ਹੈ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ CBI ਇਸ ਮਸਲੇ ਦੀ ਜਾਂਚ ਆਲਰੇਡੀ ਕਰ ਚੁੱਕੀ ਹੈ। ਜੀ ਬਿਲਕੁਲ ਲੋੜ ਤਾਂ ਇਸ ਗੱਲ ਦੀ ਹੈ ਕਿ ਜਿੰਨੀਆਂ ਵੀ ਉਹਨਾਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਾਪਰਟੀਆਂ ਪਈਆਂ ਨੇ ਜਿਨ੍ਹਾਂ ਨੂੰ ਸੇਲ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਹੋਈ ਹੈ, ਜੀ ਪਹਿਲਾਂ ਉਹ ਵੱਧ ਤੋਂ ਵੱਧ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਜਾਣ, ਫਿਰ ਉਹਨਾਂ ਨੂੰ ਸੇਲ ਕੀਤਾ ਜਾਵੇ। ਸੇਲ ਕਰਨ ਤੋਂ ਬਾਅਦ ਉਹ ਪੈਸਾ ਜਿਹੜੀ ਹੈਗੀ ਲੋਧਾ ਕਮੇਟੀ ਜੀ ਉਹ ਤੋਂ ਇਜਾਜ਼ਤ ਲੈ ਕੇ ਜਿਹੜੇ ਪੰਜਾਬ ਦੇ ਇਨਵੈਸਟਰ ਨੇ, ਜਿਹੜੇ ਅਫੈਕਟਡ ਨੇ, ਪੀੜਤ ਨੇ, ਉਹਨਾਂ ਦੇ ਵਿੱਚ ਉਹਦੀ ਵੰਡ ਕੀਤੀ ਜਾਵੇ। ਇਸ ਕਿਸਮ ਦੇ ਰਾਹ ਵੀ ਸਰਕਾਰ ਨੂੰ ਜਿਹੜਾ ਰੁਖ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਨਿਵੇਸ਼ਕਾਂ ਦੇ ਜ਼ਖਮਾਂ ਤੇ ਅਸਲ ਮੱਲਮ ਹੈ ਜਿਹੜੀ ਉਹ ਲਾਈ ਜਾ ਸਕੇ। ਕਿਉਂਕਿ ਇਹਦੀ ਜਾਂਚ ਦੇ ਵਿੱਚ ਹੀ ਤਾਂ CBI ਦੀ ਜਾਂਚ ਹੋਊਗੀ, ਉਦੋਂ ਰਹਿ ਨਹੀਂ ਜਾਂਦਾ। ਹਾਂ ਇੰਨਾ ਜ਼ਰੂਰ ਹੈ ਕਿ ਪਿਛਲੇ ਟਾਈਮ 'ਚ ਜਿੰਨੀਆਂ ਦੀਆਂ ਪ੍ਰਾਪਰਟੀਆਂ ਨੇ ਪੰਜਾਬ ਦੇ ਵਿੱਚ ਪਾਰਲ ਗਰੁੱਪ ਦੀਆਂ, ਉਹਨਾਂ ਨੂੰ ਖੁਰਦ-ਬੁਰਦ ਕਰਨ ਦੇ ਵਿੱਚ ਪੰਜਾਬ ਸਰਕਾਰ ਦੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਨੇ ਭੂਮਿਕਾ ਨਿਭਾਈ ਹੈ। ਔਰ ਇੱਕ ਲੈਂਡ ਮਾਫੀਏ ਨੇ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਆਪਣੇ ਤਰੀਕੇ ਨਾਲ, ਢੰਗ ਤਰੀਕੇ ਵਰਤ ਕੇ ਉਹਨਾਂ ਨੂੰ ਆਪਣੇ ਨਾਮਾਂ ਤੇ ਵੀ ਤਬਦੀਲ ਕਰ ਲਿਆ ਜੀ। ਤਾਂ ਪੰਜਾਬ ਸਰਕਾਰ ਇਸ ਗੱਲ ਦੀ ਜਾਂਚ ਕਰਾਏ ਕਿ ਕਿੰਨੇ ਆਫੀਸਰਾਂ ਨੇ, ਕਿੰਨੇ ਪ੍ਰਾਈਵੇਟ ਲੋਕਾਂ ਨੇ ਇਹਨਾਂ ਪ੍ਰਾਪਰਟੀਆਂ ਨੂੰ ਖੁਰਦ-ਬੁਰਦ ਕੀਤਾ ਹੈ ਜਾਂ ਇਹਨਾਂ ਪ੍ਰਾਪਰਟੀਆਂ ਦਾ ਤਬਾਦਲਾ ਕਰਕੇ ਆਪਣੇ ਨਾਮ ਤੇ ਕਰ ਲਿਆ ਹੈਗਾ, ਉਹਦੀ ਜਾਂਚ ਹੋਣੀ ਚਾਹੀਦੀ ਹੈਗੀ ਹੈ। ਔਰ ਦੂਸਰਾ, ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਜਿਹੜੀ ਆਪਣੀ ਕਾਰਵਾਈ ਹੈ, ਡਿਪਟੀ ਕਮਿਸ਼ਨਰਾਂ ਨੂੰ ਕਹਿਣਾ ਚਾਹੀਦਾ ਕਿ ਸੇਲ ਕਰਕੇ ਪੈਸਾ ਵੱਧ ਤੋਂ ਵੱਧ ਖਜ਼ਾਨੇ 'ਚ ਲਿਆਂਦਾ ਜਾਵੇ ਔਰ ਲੋਧਾ ਕਮੇਟੀ ਤੋਂ ਪ੍ਰਵਾਨਗੀ ਲੈ ਕੇ ਉਹ ਪੈਸੇ ਹੈ ਜਿਹੜੇ ਪੰਜਾਬ ਦੇ ਨਿਵੇਸ਼ਕਾਂ ਨੂੰ ਵਾਪਸ ਕੀਤੇ ਜਾਣ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।